ਇਸ ਸੱਚੀ ਕਹਾਣੀ ਦੇ ਵਿੱਚ ਬੇਹੱਦ ਡਰ ਹੈ। ਇਸ ਦਾ ਸਹੀ ਅਨੁਭਵ ਲੈਣ ਲਈ ਕਿਰਪਾ ਕਰਕੇ ਹੈੱਡਫੋਨਸ ਲਗਾ ਕੇ ਅਖੀਰ ਤੱਕ ਸੁਣੋ। ਮੇਰਾ ਨਾਮ ਜੌਨ ਹੈ ਅਤੇ ਮੈਂ ਪੋਲੈਂਡ ਦਾ ਰਹਿਣ ਵਾਲਾ ਹਾਂ। ਇਹ ਮੇਰੀ ਸੱਚੀ ਆਪ ਬੀਤੀ ਹੈ। ਮੈਂ ਤੁਹਾਨੂੰ ਅਸਲ ਕਹਾਣੀ ਦੱਸਦਾ ਹਾਂ। ਬਚਪਨ ਵਿੱਚ ਮੈਂ ਆਪਣੇ ਘਰ ਹਰ ਰੋਜ਼ ਭੂਤ ਵੇਖਦਾ ਸੀ। ਇਹ ਮੇਰੇ ਲਈ ਕੁਦਰਤੀ ਸੀ, ਕੁਝ ਖਾਸ ਨਹੀਂ, ਬਸ ਕਾਲੇ ਪਰਛਾਵੇਂ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ। ਜਦੋਂ ਉਹ ਚਾਹੁੰਦੇ ਹਨ ਆਪਣੇ ਆਪ ਨੂੰ ਦਿਖਾਉਂਦੇ ਹਨ। ਇਹ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਕਿਸ਼ੋਰ ਸੀ। 15 ਸਾਲ ਦੀ ਉਮਰ ਵਿੱਚ ਮੈਂ ਪਹਿਲੀ ਵਾਰ ਇੱਕ ਭੂਤ ਦਾ ਸਾਹਮਣਾ ਕੀਤਾ। ਇਹ ਇੱਕ ਆਮ ਦਿਨ ਸੀ। ਮੈਂ ਟਾਇਲਟ ਵਿੱਚ ਸੀ, ਜਿਸ ਵਿੱਚ ਹਾਲਵੇ ਦਾ ਦਰਵਾਜ਼ਾ ਪੂਰੀ ਤਰ੍ਹਾਂ ਖੁੱਲ੍ਹਾ ਸੀ। ਅਚਾਨਕ ਮੈਂ ਮਹਿਸੂਸ ਕੀਤਾ ਕਿ ਜਿਵੇਂ ਕੋਈ ਮੈਨੂੰ ਹੀ ਦੇਖ ਰਿਹਾ ਹੈ, ਅਤੇ ਜਦੋਂ ਮੈਂ ਖੁੱਲ੍ਹੇ ਦਰਵਾਜ਼ੇ ਰਾਹੀਂ ਖੱਬੇ ਪਾਸੇ ਵੱਲ ਵੇਖਿਆ, ਜਿੰਨੀ ਜਲਦੀ ਮੈਂ ਦੇਖਿਆ, ਮੈਂ ਸ਼ੀਸ਼ੇ ਵੱਲ ਮੁੜਿਆ ਅਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਕੀ ਦੇਖਿਆ ਹੈ। ਜਦੋਂ ਮੈਂ ਦੁਬਾਰਾ ਉੱਥੇ ਦੇਖਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਹ ਜੋ ਵੀ ਸੀ ਉਹ ਗਾਇਬ ਹੋ ਗਿਆ ਸੀ। ਜੋ ਮੈਂ ਦੇਖਿਆ ਉਹ ਭੂਤ ਦੀ ਸ਼ਕਲ 17 ਸਾਲ ਦੇ ਲੜਕੇ ਦੀ ਸੀ। ਉਹ ਇੱਕ ਸੰਘਣੇ ਪਰਛਾਵੇਂ ਵਾਂਗ ਜਾਪਦਾ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਕਿਨਾਰਿਆਂ ਤੇ ਫਿੱਕਾ ਪੈ ਰਿਹਾ ਹੈ। ਉਹ ਸਥਿਰ ਖੜਾ ਸੀ, ਮੇਰੇ ਵੱਲ ਬਿਨਾਂ ਕਾਰਨ ਦੇਖਦੇ ਹੋਏ, ਜੋ ਸਿਰਫ ਉਹ ਹੀ ਜਾਣਦਾ ਸੀ, ਅਤੇ ਮੈਨੂੰ ਉਸ ਦੀਆਂ ਅੱਖਾਂ ਯਾਦ ਨਹੀਂ ਹਨ। ਇਸ ਘਟਨਾ ਤੋਂ ਬਾਅਦ ਮੈਂ ਡਰ ਮਹਿਸੂਸ ਨਹੀਂ ਕਰ ਸਕਿਆ, ਬਸ ਹੈਰਾਨੀ ਸੀ। ਮੇਰਾ ਦੂਜੀ ਵਾਰ ਭੂਤ ਦੇਖਣਾ ਕੁਝ ਇਸ ਤਰ੍ਹਾਂ ਸੀ। ਇੱਕ ਬੋਰਿੰਗ ਸ਼ਾਮ ਸੀ। ਮੈਂ ਮੇਰੇ ਘਰ ਵਿੱਚ ਸੀ। ਕੋਈ ਵਿਚਾਰ ਕੀਤੇ ਬਿਨਾਂ ਮੈਂ ਲਿਵਿੰਗ ਰੂਮ ਵਿੱਚ ਚਲਾ ਗਿਆ, ਜਿੱਥੇ ਮੇਰੇ ਮਾਤਾ-ਪਿਤਾ ਗੱਲਬਾਤ ਕਰ ਰਹੇ ਸਨ। ਮੈਂ ਸੋਫੇ ਤੇ ਬੈਠ ਕੇ ਉਹਨਾਂ ਦੀਆਂ ਮਜ਼ਾਕੀਆ ਗੱਲਾਂ ਸੁਣਨ ਲੱਗਾ। ਅਚਾਨਕ ਪਿਛਲੀ ਵਾਰ ਵਾਂਗ ਮੈਂ ਹਾਲਵੇ ਵੱਲ ਦੇਖਿਆ ਅਤੇ ਆਪਣੇ ਮਾਪਿਆਂ ਵੱਲ ਦੇਖਿਆ। ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਕੀ ਦੇਖਿਆ ਸੀ, ਮੈਂ ਖੁਸ਼ੀ ਨਾਲ ਸੋਫੇ ਤੇ ਛਾਲ ਮਾਰਨ ਲੱਗਾ। ਮੈਂ ਇੱਕ ਭੂਤ ਵੇਖਿਆ। ਮੈਂ ਆਪਣੇ ਮਾਤਾ-ਪਿਤਾ ਨੂੰ ਕਿਹਾ। ਉਹ ਵੀ ਛਾਲ ਮਾਰ ਕੇ ਅਤੇ ਤਾੜੀਆਂ ਵਜਾਉਂਦੇ ਹੋਏ। ਮੇਰੀ ਮੰਮੀ ਨੇ ਤੁਰੰਤ ਪੁੱਛਿਆ ਗੰਭੀਰਤਾ ਨਾਲ, ਮੈਨੂੰ ਹੋਰ ਦੱਸੋ, ਤੁਸੀਂ ਕੀ ਵੇਖਿਆ ਬੇਟਾ? ਮੇਰੇ ਪਿਤਾ ਜੀ ਨੇ ਇੱਕ ਸਖਤ ਦਿਲ ਵਾਲੇ ਵਿਅਕਤੀ ਵਜੋਂ ਸਿਰਫ ਕਿਹਾ, ਹਾਂ, ਮਜ਼ਾਕ ਕਰਨਾ ਬੰਦ ਕਰੋ। ਮੈਂ ਉਹਨਾਂ ਨੂੰ ਦੱਸਿਆ ਕਿ ਭੂਤ 9 ਸਾਲ ਦੇ ਲੜਕੇ ਵਰਗਾ ਲੱਗਦਾ ਹੈ। ਇਹ ਭੂਤ ਮੇਰੇ ਪਿਛਲੇ ਦੇਖੇ ਭੂਤ ਵਾਂਗ ਹੀ ਸੀ। ਇਹ ਇੱਕ ਸੰਘਣੇ ਪਰਛਾਵੇਂ ਵਾਂਗ ਜਾਪਦਾ ਸੀ। ਉਹ ਚੁੱਪ ਕਰਕੇ ਮੇਰੇ ਵੱਲ ਦੇਖ ਰਿਹਾ ਸੀ। ਭੂਤਾਂ ਦੀ ਮਨੁੱਖੀ ਰੂਪ ਰੇਖਾ ਤਾਂ ਹੁੰਦੀ ਹੈ, ਪਰ ਉਹਨਾਂ ਦੀਆਂ ਅੱਖਾਂ ਨਹੀਂ ਹੁੰਦੀਆਂ। ਤੁਸੀਂ ਜੇ ਕੋਈ ਸਪੈਸ਼ਲ ਦੀਵਾਲੀ ਹਾਰਰ ਸਟੋਰੀ ਸੁਣਨਾ ਚਾਹੁੰਦੇ ਹੋ ਤਾਂ ਇਸ ਆਈ ਬਟਨ ਤੇ ਕਲਿੱਕ ਕਰੋ, ਨਹੀਂ ਤਾਂ ਇਹ ਰੀਅਲ ਸਟੋਰੀ ਜਾਰੀ ਰੱਖੋ। ਹਮੇਸ਼ਾ ਅੱਛੇ ਭੂਤ ਹੀ ਨਹੀਂ ਦਿਖੇ ਮੈਨੂੰ, ਕੁਝ ਕੁ ਬੁਰੇ ਭੂਤ ਵੀ ਦਿਖੇ। 18 ਸਾਲ ਦੀ ਉਮਰ ਵਿੱਚ ਮੇਰਾ ਇੱਕ ਦੋਸਤ ਸੀ। ਇੱਕ ਦਿਨ ਉਸਨੇ ਦੱਸਿਆ ਕਿ ਉਸਦੇ ਘਰ ਕਈ ਵਾਰ ਜਦੋਂ ਉਹ ਕੰਪਿਊਟਰ ਤੇ ਬੈਠਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਕੋਈ ਚੀਜ਼ ਉਸ ਨੂੰ ਦੇਖ ਰਹੀ ਹੈ, ਪਰ ਜਦੋਂ ਉਹ ਪਿੱਛੇ ਮੁੜਦਾ ਹੈ ਤਾਂ ਉੱਥੇ ਕੋਈ ਨਹੀਂ ਹੁੰਦਾ। ਬਸ ਉਸ ਦੀ ਬਿੱਲੀ ਸੋਫੇ ਤੇ ਬੈਠੀ ਹੈ ਅਤੇ ਖੁੱਲ੍ਹੇ ਦਰਵਾਜ਼ੇ ਵਿੱਚੋਂ ਵੇਖਦੀ ਹੈ, ਜੋ ਕਿ ਉਸ ਦੇ ਕਮਰੇ ਅਤੇ ਹਾਲਵੇ ਦੇ ਵਿਚਕਾਰ ਵਾਲੀ ਥਾਂ ਤੇ ਹੈ। ਇਹ ਕਹਿ ਕੇ ਉਹ ਖੁਦ ਸਿਗਰਟ ਪੀਣ ਚਲਾ ਗਿਆ। ਉਹ ਨਹੀਂ ਚਾਹੁੰਦਾ ਸੀ ਕਿ ਮੈਂ ਉਸ ਦੇ ਨਾਲ ਆਵਾਂ, ਸਗੋਂ ਖਾਲੀ ਘਰ ਵਿੱਚ ਰਹਾਂ। ਇਸ ਲਈ ਮੈਂ ਰੁਕਿਆ, ਬਿੱਲੀ ਨੂੰ ਆਪਣੀ ਛਾਤੀ ਤੇ ਰੱਖ ਕੇ ਉਸ ਦੇ ਬਿਸਤਰੇ ਤੇ ਲੇਟ ਗਿਆ। ਅਚਾਨਕ ਮੈਨੂੰ ਇੱਕ ਵੱਡਾ ਡਰ ਮਹਿਸੂਸ ਹੋਇਆ। ਸਾਫ਼ ਡਰ, ਇੰਨਾ ਮਜ਼ਬੂਤ ਕਿ ਸਾਹ ਲੈਣਾ ਔਖਾ ਸੀ। ਮੈਂ ਆਪਣੀ ਅੱਖਾਂ ਖੋਲ੍ਹੀਆਂ ਅਤੇ ਬਿੱਲੀ ਨੂੰ ਉਸੇ ਥਾਂ ਵੱਲ ਦੇਖਿਆ ਜਿਵੇਂ ਮੇਰਾ ਦੋਸਤ ਨੇ ਪਹਿਲਾਂ ਦੱਸਿਆ ਸੀ ਕਿ ਬਿੱਲੀ ਇੱਕ ਟਕ ਮੇਰੇ ਉੱਪਰ ਵੱਲ ਦੇਖ ਰਹੀ ਸੀ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਆਪਣੇ ਆਪ ਨੂੰ ਦੁਹਰਾਉਣਾ ਸ਼ੁਰੂ ਕਰ ਦਿੱਤਾ। ਇਹ ਮੈਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਹ ਮੈਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਹ ਮੈਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਅਤੇ ਉਹ ਜੋ ਕੁਝ ਵੀ ਸੀ, ਉਸਨੇ ਮੈਨੂੰ ਛੱਡ ਦਿੱਤਾ। ਬਿੱਲੀ ਨੇ ਆਪਣਾ ਸਿਰ ਵਾਪਸ ਮੇਰੀ ਛਾਤੀ ਤੇ ਰੱਖਿਆ ਅਤੇ ਸੋ ਗਈ। ਮਜ਼ੇਦਾਰ ਗੱਲ ਇਹ ਹੈ ਕਿ ਉਸ ਸਮੇਂ ਜਦੋਂ ਮੈਂ ਸਖਤ ਡਰ ਮਹਿਸੂਸ ਕੀਤਾ, ਮੈਨੂੰ ਕਿਸੇ ਤਰ੍ਹਾਂ ਪਤਾ ਸੀ ਕਿ ਇਹ ਭਾਵਨਾ ਮੇਰੇ ਨਾਲ ਸੰਬੰਧਿਤ ਨਹੀਂ ਹੈ ਅਤੇ ਮੇਰੀ ਚੇਤਨਾ ਅਚੇਤ ਹੋ ਗਈ ਸੀ। ਭਗਵਾਨ ਦਾ ਧੰਨਵਾਦ, ਮੈਂ ਇਸ ਭੂਤ ਨੂੰ ਦੂਰ ਤੱਕਣ ਦੇ ਯੋਗ ਸੀ। ਮੈਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਇਸ ਕਿਸਮ ਦੇ ਭੂਤ ਕਦੇ ਵੀ ਮਨੁੱਖਾਂ ਨਾਲੋਂ ਤਾਕਤਵਰ ਨਹੀਂ ਹੋਣਗੇ। ਕਿਹੜੀ ਚੀਜ਼ ਉਹਨਾਂ ਨੂੰ ਕਮਜ਼ੋਰ ਬਣਾਉਂਦੀ ਹੈ? ਸਾਡੇ ਕੋਲ ਇੱਕ ਸਰੀਰ ਹੈ ਜੋ ਉਹਨਾਂ ਕੋਲ ਨਹੀਂ ਹੈ। ਜੇ ਤੁਸੀਂ ਉਹਨਾਂ ਨੂੰ ਦੂਰ ਤੱਕਣ ਲਈ ਇੰਨੇ ਮਜ਼ਬੂਤ ਹੋ ਤਾਂ ਉਹ ਤੁਹਾਨੂੰ ਕਦੇ ਨੁਕਸਾਨ ਨਹੀਂ ਪਹੁੰਚਾਉਣਗੇ। ਐਸਾ ਅਜੀਬ ਮੇਰੇ ਨਾਲ ਜਦੋਂ ਦੂਜੀ ਵਾਰ ਹੋਇਆ।
ਇਹ ਮੇਰੇ ਘਰ ਵਿੱਚ ਇੱਕ ਰਾਤ ਦੇ ਦੌਰਾਨ ਹੋਇਆ ਸੀ। ਮੈਂ ਆਊਟਡੋਰ ਗੇਮਿੰਗ ਕਰਨ ਦੇ ਕਾਰਨ ਥੱਕ ਗਿਆ ਸੀ ਤਾਂ ਮੈਂ ਘਰ ਆ ਕੇ ਰਾਤ ਨੂੰ ਜਦੋਂ ਸੁੱਤਾ ਤਾਂ ਪੂਰੀ ਤਰ੍ਹਾਂ ਨਹੀਂ ਸੁੱਤਾ ਸੀ। ਮੈਂ ਸੌਣ ਦੀ ਇੰਨੀ ਕੋਸ਼ਿਸ਼ ਕੀਤੀ ਕਿ ਮੈਂ ਇੱਕ ਟਰਾਂਸ ਵਿੱਚ ਚਲਾ ਗਿਆ। ਇੱਕ ਸੁਪਨੇ ਅਤੇ ਹਕੀਕਤ ਦੇ ਵਿਚਕਾਰ ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਨੀਂਦ ਵਿੱਚ ਆਪਣੇ ਨਾਲ ਕੀ ਹੋ ਰਿਹਾ ਹੈ। ਮੈਂ ਦੇਖਿਆ ਕਿ ਗਹਿਰੇ ਹਨੇਰੇ ਵਿੱਚ ਮੈਂ ਆਪਣੇ ਸਰੀਰ ਨੂੰ ਮਹਿਸੂਸ ਨਹੀਂ ਕੀਤਾ, ਪਰ ਮੇਰੀ ਚੇਤਨਾ ਪੂਰੀ ਤਰ੍ਹਾਂ ਜਾਗ ਰਹੀ ਸੀ। ਅਚਾਨਕ ਮੇਰੇ ਸੱਜੇ ਪਾਸੇ ਦੀ ਕੰਧ ਤੋਂ ਕੁਝ ਦਿਖਾਈ ਦੇਣ ਲੱਗਾ, ਜੋ ਇੱਕ ਸਫੇਦ ਧੂਏ ਵਾਲੀ ਆਕ੍ਰਿਤੀ ਸੀ ਜੋ ਮੇਰੇ ਸਰੀਰ ਵੱਲ ਝੁਕਣ ਲੱਗਾ ਸੀ। ਮੈਂ ਥੋੜਾ ਡਰ ਗਿਆ ਅਤੇ ਅੰਦਰੋਂ ਗੁੱਸੇ ਦੇ ਕਾਰਨ ਮੈਂ ਇਸ ਪਲ ਵਿੱਚ ਆਪਣੇ ਦਿਮਾਗ ਵਿੱਚ ਇੱਕ ਵਿਚਾਰ ਨਾਲ ਆਪਣੀਆਂ ਅੱਖਾਂ ਖੋਲ੍ਹੀਆਂ, ਜਿਸ ਤੋਂ ਬਾਅਦ ਉਸ ਜਗ੍ਹਾ ਤੇ ਜੋ ਧੂਆਂ ਇਕੱਠਾ ਹੋ ਕੇ ਆਕ੍ਰਿਤੀ ਬਣੀ ਸੀ ਉਹ ਦੇਖਦੇ ਹੀ ਦੇਖਦੇ ਛੱਡ ਗਏ। ਸ਼ਾਇਦ ਭੂਤ ਆਪਣੇ ਨੁਕਸਾਨ ਤੋਂ ਦੁਖੀ ਹੋ ਗਿਆ ਜਾਂ ਸ਼ਾਇਦ ਮੈਂ ਉਸ ਨੂੰ ਆਪਣੇ ਸਰੀਰ ਦਾ ਭੋਜਨ ਨਹੀਂ ਦਿੱਤਾ, ਇਸ ਲਈ ਉਹ ਮੇਰੇ ਨਾਲ ਜੁੜ ਨਹੀਂ ਸਕਿਆ। ਉਸਨੇ ਆਪਣੇ ਆਪ ਨੂੰ ਦੁਬਾਰਾ ਕਦੇ ਨਹੀਂ ਦਿਖਾਇਆ। ਇਸ ਸਭ ਦੀ ਸ਼ੁਰੂਆਤ ਉਸ ਰਾਤ ਦੇ ਦੌਰਾਨ ਜੋ ਹੋਇਆ, ਉਸ ਤੋਂ ਬਾਅਦ ਮੈਨੂੰ ਆਪਣੀ ਮੰਮੀ ਨਾਲ ਗੱਲਬਾਤ ਕਰਨੀ ਪਈ। ਉਸਨੇ ਮੈਨੂੰ ਆਪਣੀ ਕਹਾਣੀ ਸੁਣਾਈ ਕਿ ਕੁਝ ਸਮਾਂ ਪਹਿਲਾਂ ਉਹ ਅਸਲ ਵਿੱਚ ਜਾਦੂਗਰੀ ਵਿੱਚ ਸੀ। ਉਹ ਮੈਡੀਟੇਸ਼ਨ ਕਰਨ ਅਤੇ ਭਵਿੱਖ ਦੱਸਣ ਲਈ ਟੈਰੋ ਅਤੇ ਕ੍ਰਿਸਟਲ ਬਾਲ ਦੀ ਵਰਤੋਂ ਕਰਦੀ ਰਹੀ। ਇੱਕ ਦਿਨ ਜਦੋਂ ਉਹ ਰਸੋਈ ਵਿੱਚ ਸੀ ਕਿ ਕੁਝ ਚਿੱਟੇ ਰੰਗ ਦੀਆਂ ਆਕ੍ਰਿਤੀਆਂ ਉਸ ਦੇ ਸਾਹਮਣੇ ਦਿਖਾਈ ਦੇਣ ਲੱਗੀਆਂ ਅਤੇ ਉਸ ਵੱਲ ਝੁਕਣ ਲੱਗੀਆਂ, ਵਧਣ ਲੱਗੀਆਂ। ਉਹ ਇੰਨੀ ਡਰ ਗਈ ਕਿ ਉਸਨੇ ਉਹ ਸਭ ਕੁਝ ਸੁੱਟ ਦਿੱਤਾ ਜਿਸ ਦਾ ਜਾਦੂਗਰੀ ਅਤੇ ਆਤਮਾਵਾਂ ਨਾਲ ਸੰਬੰਧ ਸੀ। ਪਰ ਇਹ ਗੱਲ ਘਰ ਦੀਆਂ ਦੀਵਾਰਾਂ ਵਿੱਚ ਲੁਕੀ ਰਹੀ ਅਤੇ ਪੂਰੇ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਤੋਂ ਬਾਅਦ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਧਿਆਨ ਲਗਾ ਰਿਹਾ ਸੀ ਕਿ ਇੱਕ ਵਿਅਕਤੀ ਨੂੰ ਆਪਣੀ ਊਰਜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਿ ਇੱਕ ਹਸਪਤਾਲ ਵਿੱਚ ਸੀ। ਮੈਂ ਇੰਨਾ ਲੰਬਾ ਸਿਮਰਨ ਕੀਤਾ ਕਿ ਮੈਂ ਇੱਕ ਟਰਾਂਸ ਵਿੱਚ ਚਲਾ ਗਿਆ। ਪਿਛਲੀ ਵਾਰ ਵਾਂਗ ਹੀ ਕੁਝ ਸਕਿੰਟਾਂ ਲਈ ਮੈਂ ਜਾਣਦਾ ਹਾਂ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ। ਮੈਨੂੰ ਕਿਸੇ ਦੀ ਆਵਾਜ਼ ਸੁਣਾਈ ਦਿੱਤੀ, ਪਰ ਉਸ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆਇਆ ਅਤੇ ਫਿਰ ਮੈਂ ਸਵਾਲਾਂ ਨਾਲ ਭਰਿਆ ਰਹਿ ਗਿਆ। ਅਜਿਹੇ ਸਵਾਲ ਜਿਨ੍ਹਾਂ ਦਾ ਜਵਾਬ ਕਦੇ ਕਿਸੇ ਨੇ ਨਹੀਂ ਦਿੱਤਾ। ਇਸ ਤੋਂ ਬਾਅਦ ਮੈਂ ਆਪਣੇ ਜੀਵਨ ਵਿੱਚ ਕਾਫੀ ਰੁਝਣ ਲੱਗ ਪਿਆ ਔਰ ਸਪਿਰਿਚੁਅਲ ਹੈਲਪ ਕੁਝ ਸਮੇਂ ਵਾਸਤੇ ਬੰਦ ਕਰ ਦਿੱਤੀ। ਮੈਂ ਅਕਸਰ ਮੇਰੇ ਕੋਲ ਆਏ ਲੋਕਾਂ ਨੂੰ ਸਮੇਂ ਨਾ ਹੋਣ ਦਾ ਕਾਰਨ ਦੱਸ ਕੇ ਟਾਲ ਦਿੰਦਾ ਸੀ। ਭੂਤ ਪ੍ਰੇਤਾਂ ਨਾਲ ਮੇਰਾ ਸੰਪਰਕ ਘੱਟ ਤੋਂ ਘੱਟ ਹੋਣ ਲੱਗਾ। ਮੇਰਾ ਅਗਲਾ ਅਨੁਭਵ ਪਹਿਲੇ ਭੂਤ ਦੇ ਅਨੁਭਵ ਤੋਂ 3 ਸਾਲ ਬਾਅਦ ਹੋਇਆ। ਮੈਂ ਆਪਣੇ ਬਿਸਤਰੇ ਤੇ ਸੀ, ਸੌਣ ਲਈ ਤਿਆਰ ਸੀ, ਪਰ ਕਿਸੇ ਤਰ੍ਹਾਂ ਮੇਰੀ ਚੇਤਨਾ ਨੇ ਮੈਨੂੰ ਮੇਰੇ ਭੂਤ ਮਿੱਤਰਾਂ ਵਿੱਚੋਂ ਇੱਕ ਤੋਂ ਸੁਨੇਹਾ ਭੇਜਣ ਲਈ ਇੱਕ ਟਰਾਂਸ ਵਿੱਚ ਪਾ ਦਿੱਤਾ। ਮੈਂ ਝੱਟ ਸਵਾਲ ਕੀਤਾ ਕਿ ਮੈਂ ਕਿਸ ਦੀ ਗੱਲ ਸੁਣਾ। ਜਵਾਬ ਵਿੱਚ ਮੈਨੂੰ ਇੱਕ ਔਰਤ ਦਾ ਚਿਹਰਾ ਨਜ਼ਰ ਆਇਆ ਜਿਸ ਦੀ ਪਰਛਾਈ ਕਿਨਾਰਿਆਂ ਤੋਂ ਫਿੱਕੀ ਸੀ। ਉਸ ਦਾ ਚਿਹਰਾ ਅਤੇ ਹੱਥ ਸਫੇਦ ਸੀ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਦੀਆਂ ਅੱਖਾਂ ਦੀ ਥਾਂ 2 ਕਾਲੇ ਗੱਡੇ ਨਜ਼ਰ ਆਉਂਦੇ ਹਨ। ਸ਼ਾਇਦ ਇਹ ਕੋਈ ਸਾਡੇ ਪੂਰਵਜਾਂ ਵਿੱਚੋਂ ਹੀ ਕੋਈ ਸੀ ਜੋ ਮੈਨੂੰ ਕੁਝ ਦੱਸਣਾ ਚਾਹੁੰਦੀ ਸੀ। ਮੇਰੀ ਸੂਝ ਨੇ ਹਮੇਸ਼ਾ ਮੇਰੇ ਮਾਰਗ ਤੇ ਚੱਲਣ ਵਿੱਚ ਮੇਰੀ ਮਦਦ ਕੀਤੀ ਹੈ। ਇਸ ਤੋਂ ਬਹੁਤ ਸਮੇਂ ਬਾਅਦ ਮੈਂ ਮੇਰੀ ਇੱਕ ਫਰੈਂਡ ਦੇ ਘਰ ਹੋਇਆ ਅਨੁਭਵ ਦੱਸ ਰਿਹਾ ਹਾਂ। ਵੁਡੂ ਡਾਲ ਹਰ ਕੋਈ ਜਾਣਦਾ ਹੈ ਕਿ ਇਹ ਕੀ ਹੈ। ਸਿਰਫ ਤਾਰਾਂ ਦੀ ਬਣੀ ਗੁੱਡੀ ਹੈ। ਹਾਂ, ਇਹ ਬਿਲਕੁਲ ਇਸ ਤਰ੍ਹਾਂ ਦਿਖਾਈ ਦਿੰਦੀ ਸੀ, ਪਰ ਮੇਰੀ ਕਲਪਨਾ ਨਾਲੋਂ ਛੋਟਾ ਸੀ। ਮੇਰੇ ਸਾਥੀ ਦੀ ਮੰਮੀ ਬਹੁਤ ਅਧਿਆਤਮਿਕ ਸਮਨਵਾਦੀ ਹੈ ਜੋ ਮੈਂ ਕਹਿ ਸਕਦਾ ਹਾਂ। ਇਹ ਛੋਟੇ ਧਾਗੇ ਦੀ ਬਣੀ ਲਗਭਗ 2 ਸੈਂਟੀਮੀਟਰ ਲੰਬੇ ਗੁੱਡੇ ਨੂੰ ਐਨਕਾਂ ਦੀ ਕੇਸ ਵਿੱਚ ਲੁਕਾਇਆ ਗਿਆ ਸੀ। ਉਹ ਕੇਸ ਜਿਸ ਦੀ ਉਸਨੇ ਮਹੀਨਿਆਂ ਤੋਂ ਵਰਤੋਂ ਨਹੀਂ ਕੀਤੀ ਸੀ। ਮੇਰੀ ਫਰੈਂਡ ਦੀ ਮੰਮੀ ਨੇ ਕਿਹਾ ਉਸਨੂੰ ਲੱਗਾ ਕਿ ਉਸਦੇ ਘਰ ਵਿੱਚ ਕਾਫੀ ਸਮੇਂ ਤੋਂ ਕੁਝ ਅਜੀਬ ਹੈ। ਕਦੇ ਸਮਾਨ ਆਪਣੇ ਆਪ ਗਾਇਬ ਹੋ ਜਾਂਦਾ ਸੀ, ਕਦੇ ਆਪਣੇ ਆਪ ਮਿਲ ਜਾਂਦਾ ਸੀ, ਕਦੇ ਬੰਦ ਕਮਰੇ ਵਿੱਚੋਂ ਨਾਮ ਲੈ ਕੇ ਆਵਾਜ਼ ਆਉਂਦੀ ਸੀ। ਬਿਜਲੀ ਦਾ ਸਮਾਨ ਬਹੁਤ ਜ਼ਿਆਦਾ ਵਾਰ ਖਰਾਬ ਹੋ ਜਾਂਦਾ ਸੀ, ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਅਸਲ ਵਿੱਚ ਐਸਾ ਕਿਉਂ ਹੈ। ਉਹ ਤਾਂ ਬਸ ਇਸ ਅਜੀਬ ਊਰਜਾ ਦੇ ਗਾਇਬ ਹੋਣ ਦੀ ਉਡੀਕ ਕਰ ਰਹੀ ਸੀ। ਉਸ ਦੇ ਪੁੱਤਰ ਨੇ ਇੱਕ ਗੁੱਡੀ ਲੱਭ ਕੇ ਉਸਨੂੰ ਦੇ ਦਿੱਤੀ। ਉਸਨੇ ਇਸ ਗੁੱਡੀ ਨੂੰ ਸਾੜ ਦਿੱਤਾ, ਪਰ ਅਜੀਬ ਗੱਲ ਇਹ ਸੀ ਕਿ ਉਹ ਗੁੱਡੀ ਥੋੜੀ ਜਿਹੀ ਵੀ ਨਹੀਂ ਸੜੀ। ਇਹ ਧਿਆਨ ਵਿੱਚ ਰੱਖਦੇ ਹੋਏ
ਕਿ ਗੁੱਡੀ ਧਾਗੇ ਦੀ ਬਣੀ ਹੋਈ ਸੀ ਔਰ ਅੱਗ ਵਿੱਚ ਵੀ ਨਹੀਂ ਸੜੀ। ਮੈਂ ਇੱਕ ਦਿਨ ਸ਼ਾਮ ਨੂੰ ਆਪਣੀ ਫਰੈਂਡ ਨੂੰ ਮਿਲਣ ਆਇਆ ਤਾਂ ਉਸਨੇ ਮੈਨੂੰ ਦੱਸਿਆ ਕਿ ਘਰ ਵਿੱਚ ਕੀ ਹੋਇਆ ਅਤੇ ਮੈਨੂੰ ਗੁੱਡੀ ਦਿਖਾਈ। ਗੁੱਡੀ ਨੂੰ ਹੱਥ ਵਿੱਚ ਲੈ ਕੇ ਮੈਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਊਰਜਾ ਮਹਿਸੂਸ ਨਹੀਂ ਕੀਤੀ। ਇਹ ਊਰਜਾ ਇੰਨੀ ਮਜ਼ਬੂਤ ਸੀ ਕਿ ਮੈਂ ਇਸ ਨੂੰ ਆਪਣੇ ਸਾਰੇ ਸਰੀਰ ਵਿੱਚ ਮਹਿਸੂਸ ਕੀਤਾ। ਉਹ ਊਰਜਾ ਉਸ ਬੁਰਾਈ ਦੇ ਦੁਆਰਾ ਘਿਨਾਉਣੀ ਅਤੇ ਗੰਦੀ ਸੀ ਜੋ ਇਸ ਛੋਟੀ ਜਿਹੀ ਹੱਥ ਨਾਲ ਬਣੀ ਗੁੱਡੀ ਵਿੱਚ ਪਾਈ ਗਈ ਸੀ। ਮੈਂ ਕੁਝ ਸਮੇਂ ਵੱਲ ਆਪਣਾ ਧਿਆਨ ਇਸ ਵੂਡੂ ਡਾਲ ਵੱਲ ਲਗਾਇਆ ਅਤੇ ਮੈਂ ਕਿਸੇ ਭਿਆਨਕ ਔਰਤ ਦਾ ਚਿਹਰਾ ਦੇਖਿਆ। ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਇਸ ਕਿਸਮ ਦੀ ਊਰਜਾ ਨੂੰ ਦੁਬਾਰਾ ਕਦੇ ਮਹਿਸੂਸ ਨਹੀਂ ਕਰਨਾ ਚਾਹੁੰਦਾ। ਇਸ ਲਈ ਮੈਂ ਆਪਣੀ ਫਰੈਂਡ ਦੀ ਮੰਮੀ ਨੂੰ ਦੱਸ ਦਿੱਤਾ ਕਿ ਇਹ ਤੁਹਾਡੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੇ ਤੁਹਾਡੇ ਘਰੇ ਰੱਖੀ ਹੈ ਔਰ ਇਸ ਵਿੱਚ ਬੇहद ਭਿਆਨਕ ਊਰਜਾ ਹੈ ਜਿਸ ਦਾ ਉਦੇਸ਼ ਬਸ ਇਸ ਘਰ ਨੂੰ ਅਤੇ ਤੁਹਾਨੂੰ ਪਰੇਸ਼ਾਨ ਕਰਨਾ ਹੈ। ਦਿੱਤੀ ਹੋਈ ਨਿਸ਼ਾਨੀ ਤੇ ਮੇਰੀ ਫਰੈਂਡ ਦੀ ਮੰਮੀ ਨੇ ਪਹਿਚਾਨ ਲਿਆ ਕਿ ਕੌਣ ਹੈ ਅਤੇ ਉਸਨੇ ਆਪਣੇ ਇੱਕ ਜਾਣਕਾਰ ਦੇ ਨਾਲ ਇਸ ਵੂਡੂ ਡਾਲ ਦਾ ਭੇਜਣ ਵਾਲੇ ਤੇ ਉਲਟਵਾਰ ਕੀਤਾ। ਕੁਝ ਸਮੇਂ ਬਾਅਦ ਉਹਨਾਂ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਜਦੋਂ ਉਸਨੂੰ ਉਹਨਾਂ ਦੇ ਘਰ ਵਿੱਚ ਅਜੀਬ ਘਟਨਾਵਾਂ ਦਾ ਪਤਾ ਚੱਲਿਆ। ਦੋਸਤੋ, ਸਾਨੂੰ ਕਦੇ ਵੀ ਇਸ ਪ੍ਰਕਾਰ ਦੀ ਦੁਸ਼ਟ ਕਿਰਿਆਵਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਵੂਡੂ ਡਾਲ ਨਾਲ ਸਥਿਤੀ ਤੋਂ ਬਾਅਦ ਮੈਂ ਕੁਝ ਦਿਨ ਆਪਣੀ ਫਰੈਂਡ ਜੋ ਕਿ ਇਸ ਸਮੇਂ ਮੇਰੀ ਪਤਨੀ ਹੈ ਦੇ ਘਰ ਰਿਹਾ। ਇੱਕ ਰਾਤ ਮੇਰੇ ਲਈ ਬਹੁਤ ਥਕਾ ਦੇਣ ਵਾਲੀ ਸੀ। ਮੈਂ ਸੋ ਗਿਆ ਪਰ ਇੱਕ ਸ਼ਾਮ ਸੁਪਨੇ ਦੀ ਬਜਾਏ ਮੈਨੂੰ ਕਿਸੇ ਦੁਸ਼ਟ ਆਤਮਾ ਦੁਆਰਾ ਇੱਕ ਟਰਾਂਸ ਸਟੇਟ ਵਿੱਚ ਆਉਣ ਲਈ ਮਜਬੂਰ ਕੀਤਾ ਗਿਆ ਸੀ। ਇਸ ਨੇ ਮੇਰੇ ਸਰੀਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਅੰਦਰ ਆਉਣ ਦੀ ਕੋਸ਼ਿਸ਼ ਕੀਤੀ। ਮੈਂ ਹਰ ਸਮੇਂ ਇਸ ਭਾਵਨਾ ਨੂੰ ਰੱਦ ਕਰ ਰਿਹਾ ਸੀ। ਜਦੋਂ ਤੱਕ ਮੈਂ ਆਪਣੀਆਂ ਅੱਖਾਂ ਖੋਲੀਆਂ ਸਵੇਰ ਹੋ ਗਈ ਸੀ। ਇੱਕ ਟਰਾਂਸ ਸਟੇਟ ਵਿੱਚ ਸਮਾਂ ਬਹੁਤ ਤੇਜ਼ੀ ਨਾਲ ਬੀਤ ਜਾਂਦਾ ਹੈ ਪਰ ਇਸ ਕਾਰਨ ਮੈਂ ਆਰਾਮ ਨਹੀਂ ਕਰ ਸਕਿਆ। ਆਤਮਾ ਮੁੜ ਵਾਪਸ ਨਹੀਂ ਆਈ। ਬਹੁਤ ਸਮੇਂ ਦੇ ਬਾਅਦ ਮੈਂ ਸ਼ਾਮ ਦੇਰ ਨਾਲ ਇੱਕ ਆਪਣੇ ਮਨਪਸੰਦ ਸਥਾਨਕ ਕੌਫੀ ਦੀ ਦੁਕਾਨ ਤੇ ਗਿਆ। ਮੈਂ ਬੈਕਰੂਮ ਵਿੱਚ ਇਕੱਲਾ ਹੀ ਸਟੀਫਨ ਕਿੰਗ ਦੀਆਂ ਕਿਤਾਬਾਂ ਵਿੱਚੋਂ ਇੱਕ ਦਾ ਆਨੰਦ ਲੈ ਰਿਹਾ ਸੀ। ਕਾਫੀ ਦੇਰ ਬਾਅਦ ਮੇਰੀਆਂ ਅੱਖਾਂ ਭਾਰੀ ਹੋ ਗਈਆਂ। ਜਿਵੇਂ ਕਿ ਮੈਂ ਅਜੇ ਵੀ ਇਕੱਲਾ ਹੀ ਸੀ, ਮੈਂ ਆਰਾਮ ਨਾਲ ਬੈਠਣ ਦਾ ਫੈਸਲਾ ਕੀਤਾ ਅਤੇ ਮੈਂ ਇੱਕ ਛੋਟੀ ਕੁੜੀ ਦਾ ਆਨੰਦ ਨਾਲ ਭਰਿਆ ਮਿੱਠਾ ਹਾਸਾ ਸੁਣਨ ਲਈ ਕੁਝ ਸਕਿੰਟਾਂ ਲਈ ਇੱਕ ਟਰਾਂਸ ਵਿੱਚ ਚਲਾ ਗਿਆ। ਇਹ ਇੱਕ ਬਹੁਤ ਹੀ ਵਧੀਆ ਅਨੁਭਵ ਸੀ ਜਿਸ ਨੂੰ ਯਾਦ ਕਰਨ ਵਿੱਚ ਮੈਨੂੰ ਮਜ਼ਾ ਆਉਂਦਾ ਹੈ। ਉਸ ਛੋਟੀ ਲੜਕੀ ਦਾ ਪਿਆਰ ਨਾਲ ਹੱਸਣਾ ਮੈਨੂੰ ਸਦਾ ਯਾਦ ਰਹੇਗਾ। ਦੋਸਤੋ, ਇੱਕ ਸ਼ੈਤਾਨ ਦਾ ਸਾਹਮਣਾ। ਇਹ ਬਹੁਤ ਸਮਾਂ ਬਾਅਦ ਹੋਇਆ ਸੀ। ਮੇਰਾ ਬੇਟਾ ਅਤੇ ਪਤਨੀ ਪਹਿਲਾਂ ਹੀ ਸੋ ਰਹੇ ਸਨ। ਮੈਂ ਉਸ ਕਮਰੇ ਵਿੱਚ ਬਿਸਤਰੇ ਵਿੱਚ ਸੀ ਜਿਸ ਨੂੰ ਅਸੀਂ ਇੱਕ ਬੈਡਰੂਮ ਵਜੋਂ ਸਾਂਝਾ ਕਰਦੇ ਹਾਂ। ਮੈਂ ਹੌਲੀ-ਹੌਲੀ ਸੋ ਰਿਹਾ ਸੀ ਜਦੋਂ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਦਿਮਾਗ ਵਿੱਚ ਇੱਕ ਬਹੁਤ ਹੀ ਨਕਾਰਾਤਮਕ ਜੀਵ ਪ੍ਰਗਟ ਹੋਇਆ। ਇਸ ਦੀ ਊਰਜਾ ਇਸ ਦੀਆਂ ਅੱਖਾਂ ਵਿੱਚੋਂ ਰੰਗੀਨ ਰੂਪ ਵਿੱਚ ਨਿਕਲ ਰਹੀ ਸੀ ਅਤੇ ਇੱਕ ਵੱਡੀ ਮੁਸਕਰਾਹਟ। ਇਹ ਇੱਕ ਬਹੁਤ ਹੀ ਮਾੜੇ ਜੋਕਰ ਵਰਗਾ ਲੱਗ ਰਿਹਾ ਸੀ। ਇੱਕ ਸਕਿੰਟ ਵਿੱਚ ਜਦੋਂ ਇਹ ਪ੍ਰਗਟ ਹੋਇਆ ਤਾਂ ਮੇਰਾ ਪੁੱਤਰ ਨੀਂਦ ਵਿੱਚ ਡਰਦਿਆਂ ਉੱਚੀ-ਉੱਚੀ ਚੀਕਣਾ ਸ਼ੁਰੂ ਕਰ ਦਿੱਤਾ। ਮੈਂ ਵੀ ਈਸ਼ਵਰ ਦੀ ਪ੍ਰਾਰਥਨਾ ਅਤੇ ਆਪਣੀ ਮਾਨਸਿਕ ਊਰਜਾ ਤੋਂ ਆਪਣੇ ਪਰਿਵਾਰ ਅਤੇ ਆਪਣੇ ਘਰ ਦਾ ਤੁਰੰਤ ਸ਼ੁੱਧੀਕਰਨ ਕੀਤਾ, ਜਿਸ ਨਾਲ ਉਮੀਦਨ ਕੋਈ ਵੀ ਦੁਸ਼ਟ ਸ਼ਕਤੀ ਮੇਰੇ ਘਰ ਆਪਣਾ ਪ੍ਰਭਾਵ ਨਹੀਂ ਦਿਖਾ ਸਕਦੀ। ਦੋਸਤੋ, ਉਸ ਤੋਂ ਬਾਅਦ ਕਦੇ ਵੀ ਮੈਨੂੰ ਐਸੀ ਦੁਸ਼ਟ ਸ਼ਕਤੀ ਮੇਰੇ ਘਰ ਵਿੱਚ ਨਹੀਂ ਮਹਿਸੂਸ ਹੋਈ। ਬਾਈ ਦਾ ਵੇ, ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਮੈਂ ਇੱਕ ਸ਼ਮਨ ਦਾ ਕੰਮ ਕਰਦਾ ਹਾਂ। ਮੈਂ ਲੋਕਾਂ ਦੀ ਮਦਦ ਆਪਣੀ ਸਾਈਕਿਕ ਸ਼ਕਤੀ ਨਾਲ ਕਰਦਾ ਹਾਂ। ਦੋਸਤੋ, ਸਾਨੂੰ ਕਦੇ ਵੀ ਇਹਨਾਂ ਚੀਜ਼ਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਅਤੇ ਇਹਨਾਂ ਨਾਲ ਖਿਲਵਾੜ ਵੀ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਕਈ ਵਾਰ ਇਹ ਚੀਜ਼ਾਂ ਤੁਹਾਡੇ ਮਰਤੇ ਦਮ ਤੱਕ ਤੁਹਾਡਾ ਪਿੱਛਾ ਨਹੀਂ ਛੱਡਦੀਆਂ ਹਨ। ਦੋਸਤੋ, ਇਹ ਸੱਚੀ ਕਹਾਣੀ ਅਸੀਂ ਇੱਕ ਵੈਬਸਾਈਟ ਤੋਂ ਲਈ ਹੈ। ਤੁਸੀਂ ਵੀ ਆਪਣੀ ਕਹਾਣੀ WhatsApp ਨਾਲ ਸਾਨੂੰ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਤਾਂ ਫਿਰ ਚੱਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।